बच्चे ਆਪਾਂ ਨੈਕਸਟ ਲਾਸਟ ਯੂਨਿਟ ਓਨਰਸ ਦਾ ਠੀਕ ਹੈ ਸ਼ੁਰੂ ਕਰਨਾ ਮੈਂ ਸਰਫੇਸ ਟੈਂਸ਼ਨ ਠੀਕ ਹੈ। ਸਰਫੇਸ ਟੈਂਸ਼ਨ ਬੱਚੇ ਕੁਝ ਟੌਪਿਕ ਤੁਸੀਂ ਕੀਤੇ ਹੋਏ ਆ ਠੀਕ ਹੈ ਲੋਅਰ ਕਲਾਸਿਸ ਦੇ ਵਿੱਚ। ਹੁਣ ਆਪਾਂ ਥੋੜਾ ਜਿਹਾ ਇਹਨੂੰ ਆਪਣੇ ਸਿਲੇਬਸ ਦੇ ਅਕੋਰਡਿੰਗ ਡਿਸਕਸ ਕਰ ਲੈਂਦੇ ਆ ਠੀਕ ਹੈ। ਬੱਚੇ ਤੁਹਾਨੂੰ ਸਾਰਿਆਂ ਨੂੰ ਪਤਾ ਸਰਫੇਸ ਟੈਂਸ਼ਨ ਕੀ ਹੁੰਦੀ ਹੈ। ਜਿਵੇਂ ਆਪਣੇ ਕੋਲੇ ਮੋਲੀਕਿਊਲ ਹੈ ਬਿਟਵੀਨ ਬਲਕ ਆਫ ਦਾ ਲਿਕੁਇਡ, ਮਤਲਬ ਲਿਕੁਇਡ ਦੇ ਵਿੱਚ, ਤਾਂ ਉਹ ਕੀ ਹੈ ਸਾਰੇ ਪਾਸੇ ਕੀ ਹੈ ਇਕੁਅਲ ਫੋਰਸ ਫੀਲ ਕਰਦਾ। ਜਿਵੇਂ ਉੱਪਰ ਹੈ ਤਾਂ ਨੀਚੇ ਵੀ, ਇੱਧਰ ਹੈ ਤਾਂ ਇੱਧਰ ਵੀ, ਇੱਧਰ ਹੈ ਤਾਂ ਇੱਧਰ ਵੀ, ਇੱਧਰ ਹੈ ਤਾਂ ਇੱਧਰ ਵੀ ਠੀਕ ਹੈ। ਇਸ ਕਰਕੇ ਇਹਦੇ 'ਤੇ ਕੋਈ ਫੋਰਸ ਨੈਟ ਫੋਰਸ ਹੈ ਨਹੀਂ, ਫੋਰਸ ਨੈਟ ਫੋਰਸ 0 ਹੈ। ਬਟ ਜੇ ਆਪਣੇ ਕੋਲ ਆਹ ਵਾਲਾ ਮੋਲੀਕਿਊਲ ਹੈ ਸਰਫੇਸ ਦੇ ਉੱਤੇ, ਤਾਂ ਉਹ ਕੀ ਹੈ ਮੋਲੀਕਿਊਲ ਦੇ ਨੀਚੇ ਫੋਰਸਿਸ ਹੈਗੀਆਂ, ਉੱਪਰ ਠੀਕ ਹੈ ਉੱਪਰ ਲਿਕੁਇਡ ਹੈ ਨਹੀਂ, ਉੱਪਰ ਉਹਨੂੰ ਕੋਈ ਫੋਰਸ ਨਹੀਂ ਹੈ ਬੈਲੈਂਸ ਕਰਨ ਲਈ। ਆਹ ਜਿਹੜੀਆਂ ਫੋਰਸ ਹੈ ਨੀਚੇ ਨੂੰ ਇਹਨੂੰ ਖਿੱਚ ਰਹੀਆਂ ਮੈਂ, ਇਸ ਕਰਕੇ ਠੀਕ ਹੈ ਮੋਲੀਕਿਊਲ ਨੀਚੇ ਨੂੰ ਆਉਣ ਦੀ ਕੋਸ਼ਿਸ਼ ਕਰਦਾ, ਸਰਫੇਸ ਨੂੰ ਵੀ ਨੀਚੇ ਨੂੰ ਖਿੱਚੂਗਾ। ਜੇ ਇੱਧਰ ਮੋਲੀਕਿਊਲ ਇੱਧਰ ਵੀ ਖਿੱਚੂਗਾ, ਨੈਟ ਰਿਜ਼ਲਟ ਕੀ ਹੋਊਗਾ, ਆ ਸਾਰਾ ਸਰਫੇਸ ਕੀ ਹੈ ਜਿਹੜਾ ਇੱਦਾਂ ਵਾ ਉਹ ਨੈਟ ਰਿਜ਼ਲਟ ਨੀਚੇ ਨੂੰ ਆ ਕੇ ਇੱਕ ਜਗ੍ਹਾ ਇਕੱਠਾ ਹੋ ਜਾਊ, ਸਰਫੇਸ ਹੈ ਜਿਹੜਾ ਡਿਕਰੀਜ਼ ਕਰ ਜਾਊਗਾ। ਅਤੇ ਜਿਹੜੀ ਆ ਅਨਬੈਲੈਂਸਡ ਫੋਰਸ ਹੈ ਜਿਹੜੀ ਇਹਨੂੰ ਨੀਚੇ ਨੂੰ ਖਿੱਚਦੀ ਹੈ ਉਹਨੂੰ ਆਪਾਂ ਬੋਲਦੇ ਹਾਂ ਟੈਂਸ਼ਨ, ਸਰਫੇਸ ਟੈਂਸ਼ਨ ਠੀਕ ਹੈ। ਤਾਂ ਬੱਚੇ ਸਰਫੇਸ ਟੈਂਸ਼ਨ ਕੀ ਹੈ ਠੀਕ ਹੈ, ਐਗਜ਼ਿਸਟੈਂਸ ਆਫ ਅ ਸਟਰੋਂਗ ਇੰਟਰਮੋਲੀਕੂਲਰ ਫੋਰਸ ਆਫ ਅਟਰੈਕਸ਼ਨ ਇਨ ਦਾ ਲਿਕੁਇਡ ਗਿਵ ਰਾਈਜ਼ ਟੂ ਫਿਨੋਮੀਨਾ ਨੋਨ ਐਜ਼ ਦਾ ਸਰਫੇਸ ਟੈਂਸ਼ਨ ਠੀਕ ਹੈ। ਇਹ ਸਾਰਾ ਇਹਦੇ ਸਾਰਾ ਹੀ ਸਮਝਾਇਆ ਹੋਇਆ ਆਪਣੇ ਕੋਲੇ ਕਿ ਜਿਹੜਾ ਆਰ ਮੋਲੀਕਿਊਲ ਹੈ ਉਹ ਨੀਚੇ ਨੂੰ ਅਟਰੈਕਟ ਹੁੰਦਾ ਵੈ, ਜਿਹੜਾ ਪੀ ਮੋਲੀਕਿਊਲ ਹੈ ਉਹ ਸਾਰੇ ਪਾਸੇ ਕਿਸੇ ਵੱਲ ਅਟਰੈਕਟ ਨਹੀਂ ਹੁੰਦਾ ਕਿਉਂਕਿ ਉਹਦੇ ਕੋਲ ਕੀ ਹੈ ਨੈਟ ਫੋਰਸ 0 ਹੈ ਠੀਕ ਹੈ। ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਕੀ ਦਾ ਫੋਰਸ ਡੈਟ ਟੈਂਡ ਟੂ ਕੰਟਰੈਕਟ ਦਾ ਸਰਫੇਸ ਆਫ ਅ ਲਿਕੁਇਡ ਨੋਨ ਐਜ਼ ਦਾ ਸਰਫੇਸ ਟੈਂਸ਼ਨ, ਜਿਹੜੀ ਕਿ ਲਿਕੁਇਡ ਨੂੰ ਕੰਟਰੈਕਟ ਮਤਲਬ ਕੀ ਹੈ ਡਿਕਰੀਜ਼ ਕਰਨ ਦੀ ਕੋਸ਼ਿਸ਼ ਕਰਦੀ ਹੈ, ਉਹਨੂੰ ਆਪਾਂ ਬੋਲਦੇ ਹਾਂ ਸਰਫੇਸ ਟੈਂਸ਼ਨ ਠੀਕ ਹੈ ਬੱਚੇ। ਸਰਫੇਸ ਟੈਂਸ਼ਨ ਉਹਨੂੰ ਆਪਾਂ ਬੋਲਦੇ ਹਾਂ ਠੀਕ ਹੈ। ਦਾ ਸਰਫੇਸ ਟੈਂਸ਼ਨ ਮੈਥਮੈਟਿਕਲੀ ਇਹਨੂੰ ਆਪਾਂ ਕਿੱਦਾਂ ਡਿਫਾਈਨ ਕਰਨਾ, ਮੈਥਮੈਟਿਕਲੀ ਆਪਾਂ ਜੇ ਡਿਫਾਈਨ ਕਰਨਾ ਹੋਵੇ ਇਟ ਇਜ਼ ਅ ਫੋਰਸ ਇਨ ਦਾ ਨਿਊਟਨ ਐਟ ਦਾ ਰਾਈਟ ਐਂਗਲ ਟੂ ਦਾ ਸਰਫੇਸ ਆਫ ਏ ਲਿਕੁਇਡ। ਫੋਰਸ ਨਿਊਟਨ ਦੇ ਵਿੱਚ ਜਿਹੜੀ ਕਿ ਰਾਈਟ ਐਂਗਲ ਲੱਗਦੀ ਹੈ ਲਿਕੁਇਡ ਦੇ ਵਿੱਚ ਅਲੋਂਗ ਦਾ 1 ਮੀਟਰ ਲੈਂਥ ਆਫ ਏ ਸਰਫੇਸ, ਇਟ ਇਜ਼ ਜਨਰਲੀ ਰਿਪਰੈਜ਼ੈਂਟਡ ਬਾਈ ਦਾ ਗਾਮਾ। ਸਰਫੇਸ ਐਨਰਜੀ ਬੱਚੇ ਕੀ ਹੈ, ਛੋਟੀਆਂ ਛੋਟੀਆਂ ਯੂਨਿਟ ਹੈ ਬੱਚੇ। ਦੇਖੋ ਸਰਫੇਸ ਟੈਂਸ਼ਨ ਦੇ ਨਾਲ ਕੀ ਹੈ, ਜਿਵੇਂ ਸਰਫੇਸ ਹੈ ਟੈਂਸ਼ਨ ਦੇ ਨਾਲ ਮੋਲੀਕਿਊਲ ਨੀਚੇ ਹੈ, ਸਰਫੇਸ ਕੰਟਰੈਕਟ ਹੋ ਰਿਹਾ ਠੀਕ ਹੈ, ਉਹਦੇ ਨਾਲ ਜਿਹੜਾ ਸਰਫੇਸ ਏਰੀਆ ਡਿਕਰੀਜ਼ ਹੋ ਰਿਹਾ। ਸਰਫੇਸ ਐਨਰਜੀ ਕੀ ਹੈ, ਜੇ ਆਪਾਂ ਸਰਫੇਸ ਏਰੀਆ ਨੂੰ ਵਾਪਸ ਇਨਕਰੀਜ਼ ਕਰਨਾ ਹੋਵੇ ਤਾਂ ਆਪਾਂ ਨੂੰ ਉਸ ਟੈਂਸ਼ਨ ਦੇ ਅਗੇਂਸਟ ਵਰਕ ਕਰਨਾ ਪੈਣਾ ਵੈ ਠੀਕ ਹੈ, ਆਪਾਂ ਨੂੰ ਐਨਰਜੀ ਲਗਾਉਣੀ ਪੈਣੀ ਹੈ। ਤਾਂ ਜੋ ਸਰਫੇਸ ਟੈਂਸ਼ਨ ਦੇ ਅਗੇਂਸਟ ਆਪਾਂ ਵਰਕ ਕਰਦੇ ਹਾਂ ਸਰਫੇਸ ਏਰੀਆ ਇਹਨੂੰ ਇਨਕਰੀਜ਼ ਕਰਨ ਲਈ, ਦੈਟ ਇਜ਼ ਨੋਨ ਐਜ਼ ਦਾ ਸਰਫੇਸ ਐਨਰਜੀ। The work that is tend to do in order to increase the surface area is known as the surface energy। ਇਹਨੂੰ ਤੁਸੀਂ ਪਹਿਲਾਂ ਥੋੜਾ ਜਿਹਾ ਇਨਕਰੀਜ਼ ਕਰਕੇ ਲਿਖ ਸਕਦੇ ਹੋ ਕਿ ਸਰਫੇਸ ਟੈਂਸ਼ਨ ਹੈ ਰਿਡਿਊਸ ਕਰ ਦਿੰਦੀ ਹੈ ਸਰਫੇਸ ਏਰੀਆ ਨੂੰ ਟੂ ਅ ਮਿਨੀਮਮ, ਐਂਡ ਇਫ ਵੀ ਟੈਂਡ ਟੂ ਇਨਕਰੀਜ਼ ਦਾ ਸਰਫੇਸ ਏਰੀਆ ਆਫ ਲਿਕੁਇਡ then we have to do work against the surface tension। The work that is tend to do in order to increase the surface area is known as the surface energy ਠੀਕ ਹੈ ਬੱਚੇ। ਵਰਕ ਕੀ ਹੈ ਗਾਮਾ ਡੋਟ 2L dx ਠੀਕ ਹੈ। 2L dx ਕੀ ਹੈ ਆਪਣੇ ਕੋਲ ਏਰੀਆ ਠੀਕ ਹੈ, ਚੇਂਜ ਇਨ ਏਰੀਆ। The surface of a liquid can be treated mathematically using either concept of surface tension or concept of surface energy। ਸਰਫੇਸ ਟੈਂਸ਼ਨ ਨੂੰ ਆਪਾਂ ਜਾਂ ਤਾਂ ਸਰਫੇਸ ਐਨਰਜੀ ਦੀ ਫਾਰਮ ਨਾਲ ਡਿਸਕਸ ਕਰ ਸਕਦੇ ਹਾਂ ਜਾਂ ਸਰਫੇਸ ਟੈਂਸ਼ਨ ਨਾਲ ਠੀਕ ਹੈ। ਸਰਫੇਸ ਟੈਂਸ਼ਨ ਦੇ ਜਿਹੜੇ ਯੂਨਿਟ ਹੁੰਦੇ ਆ ਫੋਰਸ ਪਰ ਯੂਨਿਟ ਲੈਂਥ ਹੈ, ਫੋਰਸ ਦੇ ਯੂਨਿਟ ਕੀ ਹੈ ਨਿਊਟਨ, ਲੈਂਥ ਦੇ ਮੀਟਰ ਤਾਂ ਨਿਊਟਨ ਪਰ ਮੀਟਰ ਠੀਕ ਹੈ। ਸਰਫੇਸ ਐਨਰਜੀ ਦੇ ਬੱਚੇ ਯੂਨਿਟ ਕੀ ਹੈ, ਉਹ ਕੀ ਹੈ ਵਰਕ ਜੋ ਆਪਾਂ ਲਗਾਉਂਦੇ ਹਾਂ ਪਰ ਯੂਨਿਟ ਏਰੀਆ, ਵਰਕ ਦੇ ਕੀ ਹੈ ਜਾਊਲ, ਏਰੀਆ ਦੇ ਮੀਟਰ ਸਕੇਅਰ ਠੀਕ ਹੈ। ਨੂਮੈਰੀਕਲੀ ਜਾਊਲ ਮੀਟਰ ਸਕੇਅਰ ਔਰ ਨਿਊਟਨ ਪਰ ਮੀਟਰ ਦੇ ਇਕੁਅਲ ਹੀ ਹੈ। ਤਾਂ ਸਰਫੇਸ ਟੈਂਸ਼ਨ ਨੂਮੈਰੀਕਲੀ ਸਰਫੇਸ ਇੱਕੋ ਤਰ੍ਹਾਂ ਦਾ ਕੰਮ ਕਰਦੇ ਆ। ਸੋ ਸਰਫੇਸ ਟੈਂਸ਼ਨ ਇਜ਼ ਇਕੁਅਲ ਟੂ ਸਰਫੇਸ ਐਨਰਜੀ ਨੂਮੈਰੀਕਲੀ ਐਜ਼ ਵੈਲ ਐਜ਼ ਡਾਇਮੈਂਸ਼ਨਲੀ ਠੀਕ ਹੈ ਬੱਚੇ। ਤਾਂ ਇਹ ਸੀ ਕੰਸੈਪਟ ਸਰਫੇਸ ਐਨਰਜੀ ਦਾ। ਨੈਕਸਟ ਬੱਚੇ ਹੈ ਆਪਣੇ ਕੋਲ ਇੰਟਰਫਿਸ਼ੀਅਲ ਟੈਂਸ਼ਨ। ਬੱਚੇ ਸਰਫੇਸ ਟੈਂਸ਼ਨ ਤੇ ਇੰਟਰਫਿਸ਼ੀਅਲ ਟੈਂਸ਼ਨ ਦੇ ਵਿੱਚ ਫਰਕ ਹੈ ਠੀਕ ਹੈ। ਇੰਟਰਫਿਸ਼ੀਅਲ ਟੈਂਸ਼ਨ ਕੀ ਹੈ, ਸਰਫੇਸ ਟੈਂਸ਼ਨ ਕੀ ਹੈ, ਸਰਫੇਸ ਟੈਂਸ਼ਨ ਕੀ ਹੈ ਆਪਣੇ ਕੋਲ ਇਹ ਲਿਕਵਿਡ ਹੈ ਠੀਕ ਹੈ। ਜਿਹੜੇ ਲਿਕਵਿਡ ਦੇ ਮੋਲੀਕਿਊਲ ਉੱਪਰ ਆਪਣੇ ਕੋਲ ਵੇਪਰਸ ਹੈ, ਕੁਛ ਨਹੀਂ ਹੈ ਖਾਲੀ ਜਗ੍ਹਾ ਵਾ ਸਪੇਸ ਹੈ ਠੀਕ ਹੈ। ਇੱਥੇ ਕੁਛ ਵੀ ਵੇਪਰਸ ਹੋ ਸਕਦੇ, ਕੁਛ ਵੀ ਹੋ ਸਕਦਾ ਮੋਲੀਕਿਊਲ ਜਿਹੜੇ ਸਰਾਊਂਡਿੰਗ ਦੇ ਵਿੱਚ ਹੁੰਦੇ ਆ, ਬਟ ਲਿਕੁਇਡ ਨਹੀਂ ਹੈ ਉੱਪਰ। ਤਾਂ ਜਿਹੜੇ ਮੋਲੀਕਿਊਲ ਹੈ ਲਿਕੁਇਡ ਦੇ ਵਿੱਚ ਨੀਚੇ ਨੂੰ ਐਕਟ ਕਰਦੇ ਆ ਇਹਦੇ 'ਚ ਠੀਕ ਹੈ। ਤਾਂ ਨੀਚੇ ਨੂੰ ਫੋਰਸ ਕਰਕੇ ਹੁੰਦੇ ਆ, ਉੱਪਰ ਨੂੰ ਕੋਈ ਮੋਲੀਕਿਊਲ ਨਹੀਂ ਹੈ ਇਹਨੂੰ ਆਪਣੀ ਤਰਫ ਅਟਰੈਕਟ ਕਰਨ ਲਈ। ਤਾਂ ਸਰਫੇਸ ਟੈਂਸ਼ਨ ਜਿਹੜੀ ਲੱਗਦੀ ਹੈ ਉਹ ਲਿਕੁਇਡ ਤੇ ਆ ਵੇਪਰ ਦੇ ਵਿੱਚ ਲੱਗਦੀ ਹੈ। ਬਟ ਇੰਟਰਫਿਸ਼ੀਅਲ ਟੈਂਸ਼ਨ ਕੀ ਹੁੰਦੀ ਹੈ, ਜਿਹੜੀ ਕਿ ਦੋ ਲਿਕੁਇਡ ਦੇ ਵਿੱਚ ਹੀ ਲੱਗਦੀ ਹੈ। ਉਹ ਦੋ ਲਿਕੁਇਡ ਇਮਿਸਿਬਲ ਹੋਣ, ਕਿਉਂਕਿ ਜੇ ਮਿਸਿਬਲ ਹੋਣਗੇ ਤਾਂ ਘੁਲ ਜਾਣਗੇ ਤਾਂ ਇੱਕੋ ਲਿਕੁਇਡ ਹੀ ਬਣ ਜਾਊਗਾ। ਤਾਂ ਸਪੋਜ਼ ਟੂ ਇਮਿਸਿਬਲ ਦਾ ਮਤਲਬ ਕੀ ਹੈ ਕਿ ਜਿਹੜੇ ਲਿਕੁਇਡ ਘੁਲਦੇ ਨਾ ਹੋਣ ਤਾਂ ਉਹਨਾਂ ਦੇ ਵਿੱਚ ਜਿਹੜੀ ਟੈਂਸ਼ਨ ਹੁੰਦੀ ਹੈ
ठीक है, दिस इज नोन एज द इंटरफिशियल टेंशन, दिस इज लैस दैन द सरफेस टेंशन ऑफ ए लिक्विड। सरफेस टेंशन नालों घੱਟ होगी, क्यों बच्चे, क्योंकि जे अपने कोले ਜਿਹੜੇ ਆ ਇਹਦੇ ਤੇ ਉੱਤੇ ਸਰਫੇਸ ਹੈ, ठीक है, ਇਹਦੇ ਉੱਤੇ ਜਿਹੜੇ ਸਰਫੇਸ ਹੈ ਉਹ ਕੀ ਹੈ ਆਪਣੇ ਕੋਲੇ, ਜਿਹੜੇ ਇਹਦੇ ਉੱਤੇ ਸਰਫੇਸ ਦੇ ਉੱਤੇ ਮੋਲੀਕਿਊਲ ਹੈ ਉਹ ਉੱਪਰ ਵਾਲੇ ਮੋਲੀਕਿਊਲ ਨਾਲ ਖਿੱਚੇ ਜਾਂਦੇ ਆ, ਨੀਚੇ ਵਾਲੇ ਮੋਲੀਕਿਊਲ ਨਾਲ ਖੁੱਲ ਜਾਂਦੇ ਆ ਨੈਟ, ਇਹਨਾਂ 'ਚ ਆਪਸ ਵਿੱਚ ਕੋਈ ਟੈਨਸ਼ਨ ਨਹੀਂ ਹੁੰਦੀ। ठीक है, सरफेस टेंशन एंड इंटरफिशियल टेंशन इन्वॉल्व सेम टाइप ऑफ फोर्स व्हेन वन स्पीक ऑफ सरफेस टेंशन ऑफ ए लिक्विड। जो आप सरफेस टेंशन की गल करते तो उनका मतलब की है, इनका मतलब की है फोर्स एक्टिंग अलॉन्ग द सरफेस ऑफ सैपरेशन बिटवीन द लिक्विड एंड इट्स वेपर, जी लिक्विड तो वेपर च लगती है। इंटरफिशियल टेंशन का मतलब की है कि जी मिसिबल लिक्विड च लगती है। तो बच्चे फर्क है इंटरफिशियल टेंशन तो सरफेस टेंशन के विच। तो बच्चे इंटरफिशियल रीजन की होंदा है, एरिया की होंदा, द रीजन दैट एक्सिस्ट बिटवीन द टू फेस, जोड़ा कि दो फेस दे विच एग्जिस्ट करता है, जिमें कि आ हो गया, ठीक है, वेयर द प्रॉपर्टी वेरी फ्रॉम दोज इन द बल्क, जोड़ा कि बल्क नालों प्रॉपर्टी वेरी करती है। इंटरफिशियल रीजन द बाउंड्री बिटवीन द टू कंडेंस्ड फेस, बट वैन द टू फेस आर नॉट कंडेंस्ड दैट इज सॉलिड एंड गैस, ठीक है, जिमें आ सॉलिड है उपर गैस है, ठीक है, दैन बाउंड्री बिटवीन दैम इज कॉल्ड द सरफेस और द इंटरफेस, तो वह सिर्फ सरफेस ही होएगी, ठीक है। तो बच्चे अपने को की है इंटरफेस किन्नी तरह के हो सकते हैं। वी हैव स्पोकन ऑफ सरफेस इज सॉलिड बट इफ इट इज़ मोर प्रिसाइज टू यूज टैम इंटरफेस, मतलब जो बच्चा सॉलिड का सरफेस है कभी नूं आपां सरफेस नालों वधिया तरीके नाल इंटरफेस कवांगे तो ज़्यादा वधिया है। सॉलिड इज इन कंटैक्ट विद द गैस, जोड़ा सरफेस है मतलब इंटरफेस है वो गैस नाल भी कंटैक्ट हो सकता, लिक्विड नाल भी हो सकता, किसी नाल भी हो सकता। तो उनके बेस के उत्ते अपने को बहुत सारे इंटरफेस हो सकते हैं, सॉलिड गैस इंटरफेस, सॉलिड लिक्विड इंटरफेस, लिक्विड वेपर, ठीक है। सॉलिड गैस दे विच की आ सॉलिड आ उपर आ, इन्हां दे विच वाला इंटरफेस, सॉलिड लिक्विड दे विच की आ सॉलिड पिया आ उपर लिक्विड पिया वै, लिक्विड वेपर दे विच की है आ लिक्विड है उपर वेपर्स है, ठीक है। सॉलिड दे विच सॉलिड ते सॉलिड, लिक्विड दे विच लिक्विड ते लिक्विड दे विच वाला जोड़ा वेपर्स। वेरीअस काइंड ऑफ फिनोमिना ऑकर्स इन वेरीअस काइंड ऑफ सरफेस, ठीक है। दीज टाइप ऑफ इंटरफेस सॉलिड गैस विच कहते ना कि सारे अलग अलग फिनोमिना होंगे, आप थोड़ा जा अंडरस्टैंड करांगे उहदे च, ठीक है। वन ऑफ मोस्ट कैरेक्टरिस्टिक प्रॉपर्टी ऑफ सरफेस ऑफ सॉलिड इज इट्स एबिलिटी टू एब्जॉर्ब गैस एंड द वेपर। सॉलिड गैस विच की होगा, जो सॉलिड सरफेस होगा उन्हें वेपर्स नूं अब्जॉर्ब कर लेना है, तो इहदे ते किहड़ा फिनोमिना होएगा एब्जॉर्प्शनस, ठीक है। तो एब्जॉर्प्शन वाला फिनोमिना होएगा, एब्जॉर्प्शन इज कॉल्ड द फिजिकल एब्जॉर्प्शन इफ इट इन्वॉल्वड ओनली वन द वाल फोर्सेस, एंड एब्जॉर्प्शन इज कॉल्ड द केमिकल एब्जॉर्प्शन इफ इट इन्वॉल्वड ट्रांसफर ऑफ इलैक्ट्रॉन, ठीक है। सो सॉलिड गैस इंटरफेस विच किहड़े एब्जॉर्प्शन हो सकती है, फ्रिक्शन हो सकती है, सब्लिमेशन, डस्ट, ठीक है, डिकम्पोजिशन ऑफ सॉलिड टू गिव सॉलिड एंड गैस, थर्मल, ठीक है, केमिकल रिएक्शंस, ठीक है। लैंगमियर थ्योरी, गिब्स एब्जॉर्प्शन थ्योरी अराइज ड्यू टू इंटरैक्शन बिटवीन द सॉलिड एंड गैस। जिहड़ियां थ्योरीज है ये आपां नूं अगे एक्सप्लेन भी करना है, तो इत्थे मैं लिखिया भी है, यू कैन एक्सप्लेन वन थ्योरी लैंगमियर और गिब्स इफ एग्जाम, ठीक है। जे अपने को आ सॉलिड गैस इंटरफेस ज़्यादा नंबर आता है तो कहते आ थ्योरी नूं तुसीं एक्सप्लेन भी कर सकते हो, ठीक है। इहदे च आपां ये वाले नोट्स विच कहते आपां डिटेल विच दीज नोट्स विच भी आपां कीती हुई है, ठीक है, दीज नोट्स। बच्चे नैक्सट है सॉलिड लिक्विड इंटरफेस। सॉलिड लिक्विड दे विच की है, एक लिक्विड होएगा, हाँ सोनिया 2 मिनट रुक आपां इकट्ठे चलदे आ। तो इहदे विच की सॉलिड इज इन कंटैक्ट विद द लिक्विड, दैन फिनोमिना ऑकर्स। तो किहड़े फिनोमिना हो सकते हैं, एब्जॉर्प्शन, ठीक है, वेटिंग ऑफ सॉलिड, स्प्रैडिंग, कोलाइडल स्ट्रेस, सॉल्ट कैटलिस्ट। इहदे विच भी की है, मैं इत्थे भी लिखिया, जे तुहानूं ज़्यादा नंबर आंदी है तो तुसीं इन्हां नूं जिवें कॉन्टैक्ट एंगल है ये आपां इस नोट्स विच डिस्कस किया हुआ तो तुसीं कर सकते हो, ठीक है। लिक्विड वेपर दे विच की है, ठीक है, इहदे विच किहड़े फिनोमिना आ सकते हैं, जिवें इहदे च वाला डिस्कस कर देना कि इहदे विच एक लिक्विड होएगा, वेपर होएगा, व्हेन इंट्रैक्शन टेक प्लेस बिटवीन लिक्विड एंड वेपर्स दैन फॉलोइंग फिनोमिना ऑकर, इवैपोरेशन, डिस्टिलेशन, सरफेस टेंशन, फॉर्म। इहदे च आपां किहड़ा फिनोमिना इस नोट्स विच डिस्कस कर चुके हैं, सरफेस टेंशन नूं, तो तुसीं सरफेस टेंशन नूं डिस्कस कर सकते हो। सॉलिड इंटरफेस विच किहड़े फिनोमिना हुंदे आ, एडहेसन, कोहीसन, फ्रिक्शन, स्ट्रेंथ ऑफ लॉयस। इहदे च आपां किन्नू एक्सप्लेन कर सकते हैं, ज़्यादा नंबर आवे,
ਠੀਕ ਹੈ, ਐਡਹੈਸ਼ਨ ਤੇ ਕੋਲੀਜ਼ਨ ਨੂੰ, ਇਹ ਆਪਾਂ ਕਰਨਾ ਇਸ ਨੋਟਸ ਵਿੱਚ। ਲਿਕੁਇਡ ਇੰਟਰਫੇਸ ਵਿੱਚ, ਠੀਕ ਹੈ, ਪਿੱਛੇ ਕਿਉਂਕਿ ਇਹ ਬੱਚੇ ਅਲੱਗ ਤੋਂ ਆਰਟੀਕਲ ਹੈ ਤਾਂ ਮੈਂ ਇੱਥੇ ਨਹੀਂ ਐਕਸਪਲੇਨ ਕੀਤੇ, ਅਲੱਗ ਤੋਂ ਪਿੱਛੇ ਸਿਲੇਬਸ ਵਿੱਚ ਜਦੋਂ ਆਪਾਂ ਕਰਾਂਗੇ ਨਾਲ ਇਹ ਵੀ ਹੋ ਜਾਣਗੇ। ਲਿਕੁਇਡ ਇੰਟਰਫੇਸ ਵਿੱਚ ਕਿਹੜੇ ਇਮਲਸ਼ਨ, ਇੰਟਰਫੇਸ਼ੀਅਲ ਟੈਂਸ਼ਨ, ਤਾਂ ਆਪਾਂ ਇੰਟਰਫੇਸ਼ੀਅਲ ਟੈਂਸ਼ਨ ਪਿੱਛੇ ਡਿਸਕਸ ਕਰ ਚੁੱਕੇ ਹਾਂ। ਤੁਸੀਂ ਜੇ ਜ਼ਿਆਦਾ ਨੰਬਰਾਂ 'ਚ ਆਉਂਦਾ ਤਾਂ ਤੁਸੀਂ ਇੱਕ ਫਿਨੋਮੀਨਾ ਨੂੰ ਡਿਸਕਸ ਕਰ ਸਕਦੇ ਹੋ, ਠੀਕ ਹੈ। ਤਾਂ ਵਾਲੇ ਇੰਟਰਫੇਸ ਸੀਗੇ ਆਪਣੇ ਕੋਲੇ ਸਾਰੇ, ਠੀਕ ਹੈ। ਤਾਂ ਆਪਾਂ ਇਹਦੇ 'ਚ ਛੋਟੇ ਡਿਸਕਸ ਕੀਤੇ ਆ ਟੌਪਿਕ, ਜਿਵੇਂ ਸਰਫੇਸ ਟੈਂਸ਼ਨ, ਸਰਫੇਸ ਐਨਰਜੀ, ਇੰਟਰਫੇਸ਼ੀਅਲ ਟੈਂਸ਼ਨ, ਇੰਟਰਫੇਸ਼ੀਅਲ ਰੀਜਨ ਤੇ ਟਾਈਪ ਆਫ ਇੰਟਰਫੇਸ, ਠੀਕ ਹੈ। ਕਿਹੜੇ ਇੰਟਰਫੇਸ ਹੈ, ਸੋਲਿਡ ਗੈਸ, ਇਹਨਾਂ ਦੇ ਫਿਨੋਮੀਨਾ 'ਚੋਂ ਡਿਸਕਸ ਕਰਕੇ ਦੱਸ ਕੇ ਇੱਕ ਡਿਸਕਸ ਕਰਦੇ ਹੋ ਸੋਲਿਡ ਲਿਕੁਇਡ, ਠੀਕ ਹੈ। ਸਾਰੇ ਫਿਨੋਮੀਨਾ, ਸਾਰੇ ਇੰਟਰਫੇਸ ਵਿੱਚ ਇੱਕ ਫਿਨੋਮੀਨਾ ਨੂੰ ਐਕਸਪਲੇਨ ਕਰ ਦਿਓ, ਠੀਕ ਹੈ। ਤੁਸੀਂ ਚਾਹੇ ਤਾਂ 2 ਨੂੰ ਵੀ ਕਰ ਸਕਦੇ ਹੋ, ਬਾਕੀ ਆਪਾਂ ਯੂਨਿਟ ਬਾਅਦ 'ਚੋਂ ਕਰਾਂਗੇ ਨੈਕਸਟ ਵੀਡੀਓ 'ਚ।